अमेदगढ़ मिशन न्यूज़ चैनल देखते सारे श्रोतिਆਂ ਦਾ स्वागत है। मैं अमरजीत स्वागत करता ਤੁਹਾਡੇ ਆਪਣੇ ਚੈਨਲ ਦੇ ਵਿੱਚ ਜੋ ਹਿੰਮਤ ਰੱਖਦਾ ਹੈ ਸੱਚ ਦਿਖਾਉਣ ਦੀ। ਸੋ ਅਸੀਂ ਅੱਜ ਫੇਰ ਪਹੁੰਚੇ ਹਾਂ ਜੀ ਫਤਿਹਪੁਰ ਦੇ ਵਿੱਚ ਹੈਲਥ ਕੈਬ ਫੈਕਟਰੀ ਦਾ ਮਸਲਾ ਜਿਹੜਾ ਤਕਰੀਬਨ 1 ਸਾਲ ਤੋਂ ਕਾਫੀ ਸੰਘਰਸ਼ ਇਹ ਜਿਹੜੇ ਆ ਕੰਢੀ ਸੰਘਰਸ਼ ਕੇਟੀ ਔਰ ਸੀਟੂ ਦੇ ਪ੍ਰਧਾਨ ਜਿਹੜੇ ਇੱਥੇ ਸਾਡੇ ਨਾਲ ਹੈ ਉਹ ਵੀ ਇੱਥੇ ਮੌਜੂਦ ਆ। ਕਾਫੀ ਸੰਘਰਸ਼ ਕਰ ਰਹੇ ਆ, ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੇ ਆ। ਜਦੋਂ ਅਸੀਂ 2 ਮਹੀਨੇ ਪਹਿਲਾਂ ਵੀ ਦੱਸਿਆ ਸੀਗਾ ਕਿ 1 ਸਾਲ ਤੋਂ ਤਕਰੀਬਨ ਇਹ ਧਰਨੇ ਤੋਂ ਬੈਠੇ ਆ ਪਰ ਇਹਨਾਂ ਦੀ ਕੋਈ ਸੁਣਵਾਈ ਨਹੀਂ ਹੋਈ। ਅੱਜ ਇਹਨਾਂ ਦਾ ਜਿਹੜਾ ਫਾਈਨਲੀ ਡਿਸੀਜਨ ਹੈ ਇੱਥੇ ਇਹਨਾਂ ਨੇ ਰੋਡ ਜਾਮ ਕੀਤਾ ਹੈ। ਤੁਸੀਂ ਦੇਖਿਆ ਕਿਸ ਤਰ੍ਹਾਂ ਜਿਹੜੀਆਂ ਹੈਲਥ ਕੈਬ ਫੈਕਟਰੀ ਦੀਆਂ ਗੱਡੀਆਂ ਔਰ ਵਰਕਰ ਹੈ ਸਾਰੇ ਕਿਸ ਤਰ੍ਹਾਂ ਰੋਡ ਦੇ ਉੱਪਰ ਰੋਕੇ ਹੋਏ ਆ। ਸੋ ਉਹਨਾਂ ਨਾਲ ਅੱਜ ਗੱਲਬਾਤ ਕਰਦੇ ਆ ਕਿ ਜਿਹੜਾ ਅੱਜ ਦਾ ਉਹਨਾਂ ਦਾ ਡਿਸੀਜਨ ਆ ਕੀ ਆ ਔਰ ਕੀ ਉਹਨਾਂ ਦਾ ਅੱਜ ਦਾ ਫੈਸਲਾ ਆ। ਮੈਂ ਕੰਢੀ ਸੰਘਰਸ਼ ਕਮੇਟੀ ਦਾ ਜਨਰਲ ਸਕੱਤਰ ਕਰਨ ਸਿੰਘ ਰਾਣਾ। ਗੱਲ ਇਹ ਹੈ ਵੀ ਸਾਡੇ ਇਹ 1 ਸਾਲ ਤੋਂ ਇਹਨਾਂ ਨੇ 42 ਜਿਹੜੇ ਕਿਰਤੀ ਆ ਉਹ ਬਿਨਾਂ ਕਿਸੇ ਕਾਨੂੰਨੀ ਕਾਰਵਾਈ ਤੋਂ ਕੱਢੇ। ਅਸੀਂ ਚਾਹੁੰਦੇ ਹਾਂ ਵੀ ਇਲਾਕੇ ਦੇ ਵਿੱਚ ਅਮਨ ਚੈਨ ਰਹੇ ਤੇ ਅਸੀਂ ਇਹਨਾਂ ਨੂੰ ਕੰਢੀ ਸੰਘਰਸ਼ ਕਮੇਟੀ ਵੱਲੋਂ ਕਈ ਵਾਰੀ ਬੇਨਤੀਆਂ ਵੀ ਕਰ ਚੁੱਕੇ ਹਾਂ। ਅਸੀਂ ਫਿਰ ਹੁਣ ਤਾਜ਼ਾ ਜਿਹੜਾ ਸਾਡੇ ਇਲਾਕੇ ਦੇ ਮੋਹਤਬਰ ਬਲਵੀਰ ਸਿੰਘ ਸਰਪੰਚ, ਨੰਗਲ ਦੇ ਕਮਲ ਸਿੰਘ ਸਰਪੰਚ ਤੇ ਹੋਰ 20-30 ਸਾਥੀ ਭੇਜੇ ਸੀਗੇ ਵੀ ਤਾਂ ਕਿ ਸਾਡੀ ਪੋਜੀਸ਼ਨ ਕਲੀਅਰ ਹੋ ਜਾਏ ਇਲਾਕੇ ਵੱਲੋਂ ਵੀ ਔਰ ਸਾਡੀ ਗੱਲ ਸਾਫ਼ ਜਾਵੇ ਵੀ ਇਹ ਲੋਕ ਜਿਹੜੇ ਹੈ ਇਹ ਇਲਾਕੇ ਦਾ ਮਾਹੌਲ ਫੈਕਟਰੀ ਵਾਲੇ ਖਰਾਬ ਕਰ ਰਹੇ। ਸਾਰੇ ਮੋਹਤਬਰਾਂ ਨੇ ਇਹਨਾਂ ਨੂੰ ਸਮਝਾਇਆ ਵੀ ਤੁਸੀਂ ਇਲਾਕੇ ਦਾ ਮਾਹੌਲ ਖਰਾਬ ਨਾ ਕਰੋ। ਉਹਨਾਂ ਨੂੰ ਵੀ ਇਹ ਲਾਰੇ ਲੱਪੇ ਲਾ ਕੇ ਟਰਕਾਉਂਦੇ ਰਹੇ। ਇੱਕ ਵਾਰੀ ਨਹੀਂ ਫਿਰ ਦੂਈ ਵਾਰੀ ਫਿਰ ਭੇਜੇ ਵੀ ਤੁਸੀਂ ਇਹ ਗੈਰ ਕਾਨੂੰਨੀ ਕਿਰਤੀਆਂ ਨੂੰ ਕਿਉਂਕਿ ਤੁਸੀਂ ਸਮਝੌਤਾ ਕੀਤਾ ਹੋਇਆ ਤੇ ਇਹਨੂੰ ਜਿਹੜਾ ਹੈ ਵੀ ਤੁਸੀਂ ਲਾਓ, ਇਹਨਾਂ ਨੂੰ ਕੰਮ ਤੇ ਲਾਓ ਤੇ ਗੈਰ ਕਾਨੂੰਨੀ ਢੰਗ ਨਾਲ ਜਿਹੜੇ ਕੱਢੇ ਹੋਏ ਉਹਨਾਂ ਨੂੰ ਵਾਪਸ ਲਾਓ ਤੇ ਇਹਨਾਂ ਦੀ ਜਿਹੜੀ ਟੁੱਟਵੀਆਂ ਦਿਹਾੜੀਆਂ ਉਹਦੇ ਪੈਸੇ ਜਿਹੜੀ ਉਹ ਜਦ ਤੁਸੀਂ ਮੰਨੇ ਹੋਏ ਲਿਖਤ ਹੋਈ ਹੈ ਉਹ ਦਿਓ। ਲੇਕਿਨ ਬਾਰ-ਬਾਰ ਕਹਿਣ ਦੇ ਬਾਵਜੂਦ ਵੀ ਇਹ ਪ੍ਰਸ਼ਾਸਨ ਦੇ ਸਮਝ ਲਓ ਵੀ ਕਮਜ਼ੋਰੀ ਕਰਕੇ ਜਿਹੜਾ ਹੈ ਇਹ ਸਾਰੇ ਨੂੰ ਗਮਰਾਹ ਕਰਦੇ ਰਹੇ। ਇਲਾਕੇ ਨੂੰ ਵੀ ਇਹਨਾਂ ਨੇ ਗਮਰਾਹ ਕੀਤਾ ਹੈ। ਇਸ ਕਰਕੇ ਇਲਾਕੇ ਦੇ ਲੋਕ ਜਿਹੜੇ ਹੈ ਹੁਣ ਪੂਰਨ ਸਮਰਥਨ 'ਚ ਖੜੇ ਹੈ। ਜਿਹੜਾ ਸੀਟੂ ਜੋ ਹੁਕਮ ਲਾਏਗੀ, ਸੀਟੂ ਦੇ ਪੰਜਾਬ ਦੇ ਆਗੂ ਸਾਥੀ ਮਾਨ ਸਿੰਘ ਹੋਰੀ ਵੀ ਆਏ ਹੋਏ ਹੈ, ਜੋ ਇਹ ਹੁਕਮ ਲਾਣਗੇ ਸਾਰਾ ਇਲਾਕਾ ਜਿਹੜਾ ਹੈ ਇਹਨਾਂ ਦੇ ਜਿਹੜਾ ਸੰਘਰਸ਼ ਦੀ ਹਮਾਇਤ ਕਰੇਗਾ ਔਰ ਹਮਾਇਤ ਹੀ ਨਹੀਂ ਕਰੇਗਾ ਪੂਰੀ ਹਮਾਇਤ ਕਰਕੇ ਜਦੋਂ ਤੱਕ ਜਿੱਤ ਨਹੀਂ ਹੁੰਦੀ ਕਿਰਤੀਆਂ ਦੀ ਉਦੋਂ ਤੱਕ ਇਹਨਾਂ ਦੇ ਨਾਲ ਖੜੇਗਾ। ਧੰਨਵਾਦ। ਸੋ ਸਾਡੇ ਨਾਲ ਇੱਥੇ ਮਹਾਂ ਸਿੰਘ ਰੋੜੀ ਆ, ਉਹਨਾਂ ਨਾਲ ਗੱਲਬਾਤ ਕਰਦੇ ਆ। ਸਾਰੇ ਜਿਹੜਾ ਇਹ ਤਕਰੀਬਨ 1 ਸਾਲ ਤੋਂ ਧਰਨਾ ਇੱਥੇ ਲੱਗਿਆ ਹੋਇਆ ਆ, ਤੁਸੀਂ ਵੀ ਸੰਘਰਸ਼ ਇਹਦਾ ਕਰ ਰਹੇ ਹੋ, ਇਹਨਾਂ ਦਾ ਕੋਈ ਹੱਲ ਨਹੀਂ ਹੋ ਰਿਹਾ, ਉਹਦਾ ਮੇਨ ਕਾਰਨ ਕੀ ਹੈ? ਔਰ ਅੱਜ ਜਿਹੜਾ ਇਹ ਤੁਸੀਂ ਧਰਨਾ ਇੱਥੇ ਰੋਕਿਆ ਹੋਇਆ ਫੈਕਟਰੀ ਦੇ ਕਰਿੰਦਿਆਂ ਨੂੰ ਤਾਂ ਉਹਦੇ ਬਾਰੇ ਕੀ ਡਿਸੀਜਨ ਔਰ ਦੱਸੋ 1 ਸਾਲ ਤੋਂ ਕਿਉਂ ਨਹੀਂ ਇਹ ਮੁੱਦਾ ਹੱਲ ਹੋਇਆ ਜੀ? ਸਾਥੀਓ, ਬੇਨਤੀ ਇਹ ਹੈ ਫੈਕਟਰੀ ਜਿਹੜੀ ਗੈਰ ਕਾਨੂੰਨੀ ਕੰਮ ਕਰ ਰਹੀ ਹੈ ਜੀ, ਇੱਥੋਂ ਦੀ ਜਿਹੜੀ ਪਹਿਲੀ ਜਥੇਬੰਦੀ ਸਾਡੇ ਨਾਲ ਸੀਗੀ CITU ਦੇ। ਜਦੋਂ CITU ਜਥੇਬੰਦੀ ਮੈਨੇਜਮੈਂਟ ਨਾਲ ਰਲ ਗਈ ਤਾਂ CITU ਨੇ ਉਹ ਜਥੇਬੰਦੀ ਭੰਗ ਕਰ ਦਿੱਤੀ ਕਿਉਂਕਿ ਸਾਡੇ ਅਧਿਕਾਰ ਖੇਤਰ 'ਚ ਹੈ ਤੇ ਨਵੀਂ ਯੂਨੀਅਨ ਦੀ ਆਪਾਂ ਚੋਣ ਕਰ ਦਿੱਤੀ। ਜਿਹੜੇ ਫੈਕਟਰੀ ਮਾਲਕ ਹੈ ਉਹ ਨਹੀਂ ਚਾਹੁੰਦੇ ਕੋਈ ਨਵੀਂ ਫੈਕਟਰੀ ਜਿਹੜੀ ਯੂਨੀਅਨ ਹੈ ਉਹ ਜਿਹੜੀ ਲੋਕਾਂ ਦੇ ਹੱਕਾਂ ਲਈ ਲੜੇ ਉਹ ਕੋਈ ਯੂਨੀਅਨ ਕਾਇਮ ਹੋ ਜਾਵੇ। ਉਹ ਪੁਰਾਣੀ ਯੂਨੀਅਨ ਦੀ ਹਮਾਇਤ ਕਰਦੀ ਹੈ ਤੇ ਉਹਨੂੰ ਡਿਫੈਂਡ ਕਰਦੀ ਹੈ। ਸਾਡੀ ਕੋਈ ਮੰਗ ਪੱਤਰ ਨਹੀਂ, ਅਜੇ ਤੱਕ ਕੋਈ ਡਿਮਾਂਡ ਨੋਟਿਸ ਨਹੀਂ। ਇਹਨਾਂ ਨੇ ਗੈਰ ਕਾਨੂੰਨੀ ਢੰਗ ਨਾਲ ਸਾਡੇ ਬੰਦਿਆਂ ਨੂੰ ਉਹਨਾਂ ਨੂੰ ਕੱਢ ਦਿੱਤਾ ਜਿਹੜੇ ਚੋਣ ਦੇ ਵਿੱਚ ਆਏ ਸੀਗੇ। ਅਸੀਂ 10 ਮਹੀਨੇ ਤੋਂ 12 ਮਹੀਨੇ ਤੋਂ ਲਗਾਤਾਰ ਬੈਠੇ ਹਾਂ। ਇਹਨਾਂ ਨੇ ਕਰੋਨਾ ਦਾ ਲਾਭ ਲਿਆ, ਵਾਰ-ਵਾਰ ਗੱਲਾਂ ਵੀ ਹੋਈਆਂ, ਸਮਝੌਤੇ ਵੀ ਹੋਏ ਆ। 10 ਵਾਰ ਸਮਝੌਤਾ ਹੋਇਆ ਜਿਹਦੇ ਵਿੱਚ SDM ਸਾਹਿਬ, DC ਸਾਹਿਬ, SSB ਸਾਹਿਬ, DSP ਸਾਹਿਬ, SHO ਤੱਕ ਜਿਹੜਾ ALC ਸਾਰਿਆਂ ਨੇ ਦਸਤਖਤ ਕੀਤੇ ਹੈ। 3 ਤਰੀਕ ਗੱਲਬਾਤ ਹੋਈ ਹੈ ਤੇ ਗੱਲਬਾਤ ਕਰਕੇ ਫੈਸਲਾ ਪੇ ਲਾਗੂ ਕੀਤਾ ਜਾਵੇ, ਪਰ 4 ਵਾਰੀ ਲਿਖਤੀ ਫੈਸਲਾ ਹੋਣ ਦੇ ਬਾਵਜੂਦ ਇਹ ਲਾਗੂ ਨਹੀਂ ਕੀਤਾ। ਕਰੋਨਾ ਦੇ ਵਿੱਚ ਲੋਕਾਂ ਨੇ ਜਿਹੜੇ ਨੌਕਰੀ ਜਿਨ੍ਹਾਂ ਦੀ ਚਲੀ ਵੀ ਗਈ ਉਹਨਾਂ ਨੂੰ ਲੋਕਾਂ ਨੂੰ ਸਹਾਇਤਾ ਦਿੱਤੀ ਸਰਕਾਰਾਂ ਨੇ, ਪਰ ਇਹ ਜਿਹੜੇ ਸਾਥੀ ਗਏ 42 ਕੱਢੇ ਹੋਏ ਆ ਇਹਨਾਂ ਨੂੰ ਅੱਧੀ ਤਨਖਾਹ ਵੀ ਨਹੀਂ ਦਿੰਦੀ। ਇਹ ਗੈਰ ਕਾਨੂੰਨੀ ਕਰ ਰਹੇ। ਜਿਹੜਾ ਗੇਟ ਤੋਂ ਬਾਹਰ ਬੰਦਾ ਗੇਟ ਬੰਦ ਕਰਨਾ ਹੁੰਦਾ ਉਹਦੀ ਅੱਧੀ ਤਨਖਾਹ ਦੇਣੀ ਪਈ ਹੁੰਦੀ ਹੈ। ਅਸੀਂ 10 ਮਹੀਨੇ ਤੋਂ ਲੜ ਰਹੇ ਹਾਂ, ਲਗਾਤਾਰ ਇੱਥੇ ਸੰਘਰਸ਼ ਹੈ। ਕਿਸੇ ਨੇ ਗੱਲਬਾਤ ਦਾ ਜਿਹੜਾ ਸਾਨੂੰ ਸੱਦਾ ਨਹੀਂ ਦਿੱਤਾ। ਜਦੋਂ ਅਸੀਂ ਲੜਾਈ ਕਰਦੇ ਹਾਂ ਤਾਂ ਪ੍ਰਸ਼ਾਸਨ ਨੇ ਆ ਕੇ 4 ਵਾਰੀ ਸਾਨੂੰ ਵਿਸ਼ਵਾਸ ਦਿਵਾਇਆ ਅਸੀਂ ਉਹ ਫੈਸਲਾ ਲਾਗੂ ਕਰ ਦਾਂਗੇ, ਤੁਸੀਂ ਧਰਨਾ ਚੱਕ ਲਓ। ਅਸੀਂ ਇਹਨਾਂ ਦੇ ਵਿਸ਼ਵਾਸ 'ਤੇ ਧਰਨਾ ਚੱਕਦੇ ਰਹੇ। ਅੱਜ ਅਸੀਂ ਫੈਸਲਾ ਕਰਕੇ ਤੈਅ ਕੀਤਾ ਹੈ ਵੀ ਅਸੀਂ ਉਦੋਂ ਤੱਕ ਇਹ ਬੰਦ ਰੱਖਾਂਗੇ ਜਦੋਂ ਤੱਕ ਜਿਹੜਾ MD ਕਮ ਸੇ ਕਮ ਅਸੀਂ ਕਿਸੇ ਥੱਲੇ ਦੇ ਅਧਿਕਾਰੀ ਨਾਲ ਗੱਲ ਕਰਨ ਨੂੰ ਤਿਆਰ ਨਹੀਂ। ਪ੍ਰਸ਼ਾਸਨ ਦੀ ਗੱਲ ਤੋਂ ਸਾਨੂੰ ਵਿਸ਼ਵਾਸ ਨਹੀਂ ਰਿਹਾ। ਅਧਿਕਾਰੀ ਜਿਹੜਾ MD ਆਵੇ, MD ਆ ਕੇ ਗੱਲਬਾਤ ਕਰੇ, ਸਾਨੂੰ ਸਮਾਂ ਦੇਵੇ ਤੇ ਜਦੋਂ ਉਹ ਗੱਲਬਾਤ ਨੂੰ ਸਮਾਂ ਦੇਊਗਾ ਸਾਡੇ ਨਾਲ ਗੱਲਬਾਤ ਕਰੂਗਾ ਇਹ ਧਰਨਾ ਉਦੋਂ ਚੱਕ ਹੋਊਗਾ ਤੇ ਉਦੋਂ ਤੱਕ ਹੁਣ ਧਰਨਾ ਜਾਰੀ ਰਹੂਗਾ ਜਦੋਂ ਤੱਕ ਮਤਲਬ ਜਿਹੜਾ ਹੈ ਇਹ ਸਾਡੇ ਜਿਹੜੇ ਅੰਦਰ ਸਾਥੀ ਅੰਦਰ ਨਹੀਂ ਜਾਂਦੇ। ਦੂਜੀ ਗੱਲ ਮੇਰੀ ਬੇਨਤੀ ਹੈ, ਇਹਨਾਂ ਨੇ ਗੁੰਡਾਗਰਦੀ ਵੀ ਕੀਤੀ ਹੈ। ਜਿਹੜੇ ਸਾਡੇ ਸਾਥੀ ਬਾਹਰ ਸੀਗੇ ਜਿਹੜੇ ਯੂਨੀਅਨ ਦੇ ਵਿੱਚ ਨੁਮਾਇੰਦੇ ਸੀਗੇ ਉਹਨਾਂ ਦੀ ਕੁੱਟਮਾਰ ਵੀ ਕੀਤੀ ਹੈ ਔਰ ਉਹਨੂੰ
ਐਸਸੀ ਜਿਹੜਾ ਹੈ ਅਪਸ਼ਬਦ ਜਾਤੀ ਸੂਚਕ ਅੰਕ ਵੀ ਜਿਹੜੇ ਆ ਸ਼ਬਦ ਵੀ ਕਹੇ ਹੈ। ਅਸੀਂ ਕਾਰਵਾਈ ਕਰਨ ਲਈ 26 ਦੀ ਦਫਾਦਾਰ ਜਿਹੜੀ ਰਿਜ਼ਲਟ ਆਇਆ, ਅਸੀਂ ਐਸਐਸਪੀ ਪਾ, ਅਸੀਂ ਮੈਡਮ ਪਾ, ਅਸੀਂ ਡੀਸੀ ਪਾ, ਸਾਰਿਆਂ ਪਾ ਗਏ ਆ ਪਏ ਨੇ ਐਸੀ ਸੂਚਕ ਅੰਕ ਕਹੇ ਸ਼ਬਦ ਕਹੇ ਹੈ। ਅਸੀਂ ਕਮਿਸ਼ਨ ਨੂੰ ਵੀ ਰਿਪੋਰਟ ਕੀਤੀ, ਕੋਈ ਕਾਰਵਾਈ ਨਹੀਂ ਕੀਤੀ। ਅਸੀਂ ਇਹ ਵੀ ਫੈਸਲਾ ਕੀਤਾ ਹੈ, ਜੇ ਸਰਕਾਰ ਨੇ ਪ੍ਰਸ਼ਾਸਨ ਨੇ ਇਹਨਾਂ ਨੇ ਕੋਈ ਕਾਰਵਾਈ ਕੁਲਵਿੰਦਰ ਬਾਰੇ ਨਾ ਕੀਤੀ ਤਾਂ ਅਸੀਂ ਇਹਨੂੰ ਕਾਨੂੰਨੀ ਤੌਰ ਤੇ ਹਾਈ ਕੋਰਟ ਵੀ ਲੈ ਕੇ ਜਾਵਾਂਗੇ। ਫਿਰ ਅਸੀਂ ਸਾਰਿਆਂ ਨੂੰ ਨਾਲ ਲਪੇਟਾਂਗੇ ਜਿਹੜੇ ਇਸ ਗੱਲ ਤੇ ਦੋਸ਼ੀ ਹੈ। ਸੋ ਮੈਂ ਅੰਤ ਦੇ ਵਿੱਚ ਇਹ ਗੱਲ ਕਹਿਣਾ ਚਾਹੁੰਦਾ, ਜਿਵੇਂ ਸਾਡਾ ਇਲਾਕਾ ਜਿਹੜਾ ਹੈ ਕੰਢੀ ਸੰਘਰਸ਼ ਕਮੇਟੀ ਖਾਸ ਕਰਕੇ ਇਲਾਕੇ ਦੇ ਸਰਪੰਚ ਸਾਡਾ ਸਾਥ ਦੇ ਰਹੇ, ਅਸੀਂ ਕਰੋਨਾ ਤੋਂ ਵੀ ਬਾਹਰ ਨਿਕਲੇ ਆ ਕੁਝ, ਹੁਣ ਅਸੀਂ ਇਸ ਗੱਲ ਤੇ ਡਟ ਕੇ ਖੜੇ ਆ ਵੀ ਉਦੋਂ ਤੱਕ ਲੜਾਈ ਸਾਡੀ ਜਾਰੀ ਰਹੂਗੀ ਜਦੋਂ ਤੱਕ ਸਾਡੇ ਸਾਰੇ ਸਾਥੀਆਂ ਨੂੰ ਬਹਾਲ ਨਹੀਂ ਕੀਤਾ ਜਾਂਦਾ ਤੇ ਇਸ ਸਮੇਂ ਦੀ ਜਿਹੜੀ ਹੈ ਤਨਖਾਹ ਨਹੀਂ ਦਿੱਤੀ ਜਾਂਦੀ। ਜਿਹੜੇ ਕੁਲਵਿੰਦਰ ਨੂੰ ਕੁੱਟਣ ਵਾਲੇ ਹੈ ਤੇ ਜਾਤੀ ਸੂਚਕ ਸ਼ਬਦ ਕਹਿਣ ਵਾਲੇ ਉਹਨਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ, ਉਦੋਂ ਤੱਕ ਸੰਘਰਸ਼ ਜਾਰੀ ਰਹੂਗਾ। ਤੁਹਾਡਾ ਧੰਨਵਾਦ। ਸੋ ਇਹ ਸਨ ਸਾਡੇ ਮਹਾ ਕਰਨ ਜੀ ਤੇ ਰਾਣਾ ਕਰਨ ਜੀ ਔਰ ਮਹਾ ਸਿੰਘ ਰੋੜੀ ਜੀ। ਤਾਂ ਸਾਡੇ ਇੱਥੇ ਜਗਦੀਸ਼ ਸਿੰਘ ਭੂਰਾ ਜੀ ਜੋ ਫਤਿਹਪੁਰ ਫੈਕਟਰੀ ਦੇ ਚੁਣੇ ਹੋਏ ਜਿਹੜੇ ਹਾਂਜੀ ਜਨਰਲ ਸਕੱਤਰ ਨੇ, ਉਹਨਾਂ ਨਾਲ ਵੀ ਗੱਲਬਾਤ ਕਰਦੇ ਆ, ਉਹਨਾਂ ਦਾ ਇਹਦੇ ਬਾਰੇ ਕੀ ਕਹਿਣਾ ਹੈ। ਹਾਂਜੀ, ਪਹਿਲਾਂ ਤਾਂ ਤੁਹਾਡੇ ਡਾਕਟਰ ਅੰਬੇਦਕਰ ਚੈਨਲ ਤੇ ਅਮਰਜੀਤ ਜੀ ਤੁਹਾਡਾ ਧੰਨਵਾਦ। ਤੇ ਗੱਲ ਇੱਦਾਂ ਸਾਥੀਓ ਵੀ ਜਿਹੜੇ ਸਾਡਾ ਇੱਕ ਸਾਥੀ ਸੀਗਾ ਕੁਲਵਿੰਦਰ ਸਿੰਘ ਜੀ, ਪਹਿਲਾਂ ਤਾਂ ਉਹਦੇ ਤੇ ਜਾਨਲੇਵਾ ਹਮਲਾ ਕੀਤਾ ਆ। ਉਹ ਸਾਥੀ ਦੇ ਜਿਹੜੀ ਆਹ ਆਪਣੇ ਪੈਰ ਦੀ ਨਾੜ ਹੈ, ਮੇਨ ਮੁੱਖ ਨਾੜ ਹੈ ਜਿਹੜੀ, ਉਹ ਬਿਲਕੁਲ ਡੈਮੇਜ ਕਰ ਦਿੱਤੀ ਸੀਗੀ। ਔਰ ਉਹਦਾ ਜਿਹੜਾ ਕੋਈ ਵੀ MLR ਕੋਈ ਵੀ ਕਿਸੇ ਪ੍ਰਸ਼ਾਸਨ ਦੇ ਅਧਿਕਾਰੀ ਨੇ ਉਹਦੀ ਕੋਈ ਵੀ 751 ਤੱਕ ਵੀ ਕੋਈ ਬਣਾਈ ਨਹੀਂ ਹੈ। ਔਰ ਹੁਣ ਤੱਕ ਉਸ ਸਾਥੀ ਨੂੰ ਇਨਸਾਫ ਨਹੀਂ ਮਿਲਿਆ। 8-9 ਮਹੀਨਿਆਂ ਤੋਂ ਬੰਦਾ ਸਾਡਾ ਉਹ ਸਾਥੀ ਬੈੱਡ ਤੇ ਪਿਆ ਹੈ ਜੀ। ਤੇ ਉਸ ਤੋਂ ਬਾਅਦ ਜਿਹੜੀ ਸਾਡੇ ਦੇ ਝੂਠੇ ਮੁਕੱਦਮੇ ਬਣਾਏ ਆ, ਅਸੀਂ ਉਹਨਾਂ ਦੀ RTI ਪਾ ਕੇ RTI ਦੇ ਤਹਿਤ ਅਸੀਂ ਉਹਨਾਂ ਦੀਆਂ ਜਾਣਕਾਰੀ ਵੀ ਲੈਣੀ ਚਾਹੀਦੀ ਆ ਵੀ ਸਾਨੂੰ ਉਹਦੇ ਬਾਰੇ ਸਾਨੂੰ ਦੱਸਿਆ ਜਾਵੇ ਵੀ ਸਾਡੇ ਤੇ ਕਿਹੜਾ ਉਹ ਪਰਚਾ ਕੱਟਿਆ, ਕਿਹੜੀ ਤੁਸੀਂ ਸਾਡੇ ਤੇ ਧਾਰਾ ਲਾਈ ਹੈ। ਉਹਨਾਂ ਦਾ ਕੋਈ ਵੀ ਜਵਾਬ ਨਹੀਂ ਦਿੱਤਾ। ਔਰ ਸਾਡੇ SC ਐਕਟ ਦੇ ਤਹਿਤ ਤੇ ਹੀ ਕੁਲਵਿੰਦਰ ਸਿੰਘ ਸਾਥੀ ਦੇ ਜਿਹੜੇ ਸਾਡੇ ਉੱਪਰ ਦਰਖਾਸਤਾਂ ਜੋ ਵੀ ਕੀਤਾ ਸੀਗਾ ਉਹਦੇ ਬਿਆਨ ਵੀ ਹੋ ਚੁੱਕੇ ਆ ਉੱਥੇ। ਔਰ ਉਹ ਅਸੀਂ ਬਿਆਨਾਂ ਦੀ ਕਾਪੀ ਵੀ ਪ੍ਰਸ਼ਾਸਨ ਤੋਂ ਮੰਗੀ ਆ, ਸਾਨੂੰ ਉੱਥੋਂ ਤੋਂ ਬਿਆਨਾਂ ਦੀ ਕਾਪੀ ਦੇਣ ਤੋਂ ਵੀ ਇਨਕਾਰ ਕਰ ਦਿੱਤਾ ਵੀ ਤੁਹਾਨੂੰ ਕਾਪੀ ਨਹੀਂ ਮਿਲਣੀ, ਵੀ ਉਹਦੀ ਇਨਕੁਆਇਰੀ ਚੱਲਦੀ ਆ। ਐਡੀ ਕਿਹੜੀ ਇਨਕੁਆਇਰੀ ਚੱਲਦੀ ਆ? ਅਸੀਂ ਪ੍ਰਸ਼ਾਸਨ ਨੂੰ ਪੁੱਛਣਾ ਚਾਹੁੰਦੇ ਹਾਂ ਵੀ 1 ਸਾਲ ਤੋਂ ਸਾਡੀ ਇਨਕੁਆਇਰੀ ਤਾਂ ਲੰਬੀ ਚੱਲੀ ਜਾ ਰਹੀ ਹੈ ਔਰ ਜਿਹੜੇ ਸਾਡੇ ਦੇ ਝੂਠੇ ਮੁਕੱਦਮੇ ਦਾ ਤੁਰੰਤ ਸਾਡੀਆਂ ਗ੍ਰਿਫਤਾਰੀਆਂ ਪਾਉਂਦੇ ਆ ਝੂਠੇ ਮੁਕੱਦਮੇ ਬਣਾ ਕੇ ਜੀ। ਹੁਣ ਇੱਕ ਹੋਰ ਇਸੇ ਤਰ੍ਹਾਂ ਆ, ਸਾਡੇ 42 ਵਰਕਰ ਕੱਢੇ ਹੋਏ ਆ। ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆ, ਸਾਡੇ 4 ਸਮਝੌਤੇ ਪ੍ਰਸ਼ਾਸਨ ਦੀ ਹਾਜ਼ਰੀ ਵਿੱਚ ਹੋਏ ਆ ਜਿਹਦੇ 'ਚ ALC ਹੁਸ਼ਿਆਰਪੁਰ, ਲੇਬਰ ਇੰਸਪੈਕਟਰ ਬਲਾਚੌਰ, SDM ਸਾਹਿਬ ਬਲਾਚੌਰ, ਤਹਿਸੀਲਦਾਰ ਬਲਾਚੌਰ ਤੇ ਹੋਰ ਵੀ ਕਾਫੀ ਪ੍ਰਸ਼ਾਸਨ ਦੇ ਅਧਿਕਾਰੀ ਸੀਗੇ ਜਿਨ੍ਹਾਂ 'ਚ DSP ਸਾਹਿਬ ਵੀ ਹਾਜ਼ਰ ਸੀਗੇ ਬਲਾਚੌਰ। ਤਾਂ ਉਹਨਾਂ ਦੇ ਵਿੱਚ ਜਿਹੜਾ ਹਾਜ਼ਰੀ 'ਚ ਫੈਸਲਾ ਹੋਇਆ, ਉਹ ਫੈਸਲਾ ਵੀ ਕੰਪਨੀ ਨੇ ਅੱਜ ਤੱਕ ਉਹ ਜਿਹੜੇ ਵਰਕਰ ਬਹਾਲ ਕਰਨ ਦੀ ਗੱਲ ਕੀਤੀ ਸੀ, ਉਹ ਵੀ ਫੈਸਲਾ ਜਿਹੜਾ ਆ ਉਹ ਲਾਗੂ ਨਹੀਂ ਕੀਤਾ। ਔਰ ਵਾਰ-ਵਾਰ ਜਦੋਂ ਵੀ ਅਸੀਂ ਕੋਈ ਆਪਣਾ ਧਰਨਾ ਪ੍ਰਦਰਸ਼ਨ ਕਰਦੇ ਹਾਂ ਤਾਂ ਜਿਹੜੀ ਪ੍ਰਸ਼ਾਸਨ ਹੈ ਉਹ ਆਪਣਾ ਦਬਾਅ ਬਣਾ ਕੇ ਸਾਨੂੰ ਠਾਲਣ ਦੀ ਕੋਸ਼ਿਸ਼ ਕਰਦਾ ਆ। ਅਸੀਂ ਅੱਜ ਐਸੇ ਧਰਨੇ ਤੋਂ ਦੱਸਣਾ ਚਾਹੁੰਦੇ ਹਾਂ ਸਰਕਾਰ ਨੂੰ ਵੀ ਇਹ ਧਰਨਾ ਅਸੀਂ ਬਿਲਕੁਲ ਨਹੀਂ ਚੱਕਾਂਗੇ, ਚਾਹੇ ਸਾਨੂੰ ਇਹ ਦਿਨ ਰਾਤ ਚਲਾਉਣਾ ਪਵੇ, ਕੁਝ ਵੀ ਹੋ ਜਾਵੇ, ਚਾਹੇ ਸਾਨੂੰ ਇੱਥੇ ਕੁਰਬਾਨੀਆਂ ਦੇਣੀਆਂ ਪਵੇ ਤਾਂ ਬਿਲਕੁਲ ਕੁਰਬਾਨੀਆਂ ਦੇਵਾਂਗੇ। ਇਤਿਹਾਸ ਗਵਾਹ ਹੈ ਵੀ ਜਿਹੜੇ ਸੱਚ ਲਈ ਲੋਕ ਲੜਨ ਵਾਲੇ ਹੁੰਦੇ ਆ ਉਹ ਇਹਨਾਂ ਚੀਜ਼ਾਂ ਤੋਂ ਡਰਦੇ ਨਹੀਂ ਹੈਗੇ। ਮਹਾ ਸਿੰਘ ਰੋੜੀ ਜੀ, ਜਿਵੇਂ ਸੈਂਟਰ ਦੀ ਸਰਕਾਰ ਦੇ ਅੱਜ ਜਿਹੜੇ ਐਡੀਨੈਸ ਵੀ ਕਿਸਾਨਾਂ ਦੇ ਲਈ ਲਾਗੂ ਕੀਤੇ ਆ, ਮਨੀਸ਼ਾ ਭੈਣ ਬਾਲਮੀਕ ਦੇ ਨਾਲ ਵੀ ਉੱਥੇ ਤਸ਼ੱਦਦ ਕੀਤੀ ਹੈ ਔਰ ਅੱਜ ਪੰਜਾਬ ਦੇ ਵਿੱਚ ਵੀ ਥਾਂ-ਥਾਂ ਤੇ ਧਰਨੇ ਆ, ਇਹ ਸਰਕਾਰ ਦੀ ਨਲਾਇਕੀ ਹੈ। ਸਰਕਾਰ ਕਿਆ ਅੱਜ ਤੁਸੀਂ ਕਿਸ ਤਰ੍ਹਾਂ ਦੇਖਦੇ ਆ ਕਿ ਬਿਲਕੁਲ ਫੇਲ ਆ ਜਾਂ ਕੀ ਤੁਸੀਂ ਸੋਚਦੇ ਹੋ ਇਹਦੇ ਬਾਰੇ, ਕੀ ਕਹਿਣਾ ਚਾਹੁੰਦੇ ਹੋ? ਇਹਦੇ ਸਾਥੀ ਜੀ, ਅਸਲੀਅਤ ਇਹ ਹੈ ਜਿਹੜੀ BJP ਦੀ NDA ਦੀ ਸਰਕਾਰ ਹੈ, ਇਹ ਕਾਰਪੋਰੇਟ ਘਰਾਣਿਆਂ ਨੂੰ ਜਿਹੜਾ ਲਾਭ ਦੇਣਾ ਚਾਹੁੰਦੀ ਹੈ ਤੇ ਜਿਹੜੇ ਕਿਸਾਨ ਹੈ ਉਹਨਾਂ ਨੂੰ ਮਾਰਨਾ ਚਾਹੁੰਦੀ ਹੈ। ਜਿਹੜੇ ਆਧਾਰੀਕਰਨ, ਸੰਸਾਰੀਕਰਨ ਤੇ ਨਿੱਜੀਕਰਨ ਦੇ ਪਾਲਿਸੀ ਹੈ ਉਹਦੇ ਤਹਿਤ ਅੱਜ ਸਰਕਾਰ ਨੇ 19 ਛੇਤੀ ਜਿਹੜੇ 3 ਕਾਨੂੰਨ ਪਾਸ ਕੀਤੇ, ਇਹ ਨਿਰੇ ਕਿਸਾਨਾਂ ਲਈ ਨਹੀਂ ਕੀਤੇ, ਮਜ਼ਦੂਰਾਂ ਲਈ ਵੀ ਕੀਤੇ ਹੈ। ਮਜ਼ਦੂਰਾਂ ਦੇ ਵੀ 3 ਕਾਨੂੰਨ ਜਿਹੜੇ ਪਾਸ ਕੀਤੇ ਜਿਹਦੇ 'ਚ ਉਹਨਾਂ ਦੀ ਦਿਹਾੜੀ 8 ਘੰਟੇ ਦੀ ਜਗ੍ਹਾ 12 ਘੰਟੇ ਕਰ ਦਿੱਤੀ ਹੈ। ਅੱਜ ਸਾਰੇ ਹੀ ਮਜ਼ਦੂਰਾਂ ਜਿਹੜਾ MSP ਹੈ ਉਹ ਖਤਮ ਕਰਕੇ ਇਹ ਬਿਹਾਰ ਵਰਗੇ, UP ਵਰਗੇ ਤੇ ਬਾਕੀ ਸਟੇਟਾਂ ਵਰਗੇ ਪੰਜਾਬ ਤੇ ਹਰਿਆਣਾ ਨੂੰ ਕਰਨਾ ਚਾਹੁੰਦੇ ਆ। ਅੱਜ ਪੰਜਾਬ ਦਾ ਕਿਸਾਨ ਸਿਰਫ ਇਸ ਕਰਕੇ ਲੜ ਰਿਹਾ ਹੈ ਕਿਉਂਕਿ ਉਹ ਤਾਂ ਮੰਗ ਰਿਹਾ ਵੀ ਸਾਨੂੰ ਸਵਾਮੀਨਾਥਨ ਕਮਿਸ਼ਨ ਦੀਆਂ ਜਿਹੜੀਆਂ ਸਿਫਾਰਸ਼ਾਂ ਉਹ ਲਾਗੂ ਕੀਤੀਆਂ ਜਾਣ ਤੇ ਇਹ ਉਹ ਸਾਰੀਆਂ ਖਤਮ ਕਰਕੇ ਲੋਕਾਂ ਨੂੰ ਬਿਹਾਰ ਬਣਾਉਣਾ ਚਾਹੁੰਦੇ। ਜੇ ਉਹ
MSP ਖਤਮ ਹੋ ਜਾਂਦੀ, ਮੰਡੀਕਰਨ ਖਤਮ ਹੋ ਜਾਂਦਾ ਵੀਰ ਜੀ, ਤਾਂ ਸਾਰਾ ਜਿਹੜਾ ਹੈ ਸਿਸਟਮ ਖਤਮ ਜੇ ਕਿਸਾਨ ਜਿਹੜਾ ਉਹ ਗੁਲਾਮ ਬਣ ਜਾਊਗਾ ਤੇ ਦਿਹਾੜੀਦਾਰ ਹੋ ਜਾਊਗਾ। ਇਹ ਕਾਰਪੋਰੇਟ ਘਰਾਣਿਆਂ ਨੂੰ ਸਾਰੀ ਜ਼ਮੀਨ ਠੇਕੇ ਤੇ ਦੇਣਗੇ। ਜਿਹੜਾ ਹੈ ਲਾਅ ਐਂਡ ਆਰਡਰ ਦੀ ਗੱਲ, ਜਿਵੇਂ ਅੱਗੇ ਤਾਂ ਯੂਪੀ ਦੀ ਗੱਲ ਕਰਦੇ ਸੀਗੇ, ਪਨੀਸ਼ਾ ਬਾਲਮੀਕ ਦੇ ਨਾਲ ਜ਼ਬਰ ਹੋਇਆ, ਜ਼ੁਲਮ ਹੋਇਆ, ਕੁੱਟਿਆ ਤੇ ਮਾਰਿਆ, ਰੀੜ੍ਹ ਦੀ ਹੱਡੀ ਤੋੜਤੀ, ਉਹਦੀ ਜ਼ਬਾਨ ਕੱਟਤੀ, ਉਹਨੂੰ ਕਿਸੇ ਚੰਗੇ ਹਸਪਤਾਲ ਦਾਖਲ ਨਹੀਂ ਕਰਾਇਆ, ਉਹਨੂੰ ਮਾਰ ਦਿੱਤਾ ਤੇ ਉਹਨੂੰ ਸੰਸਕਾਰ ਵੀ ਉਹਦੇ ਪੇਰੈਂਟਸ ਤੋਂ ਦਿਖਾਏ, ਮੂੰਹ ਦਿਖਾਏ ਤੋਂ ਬਿਨਾਂ ਕਰ ਦਿੱਤਾ। ਇਹ ਤੋਂ ਜ਼ੁਲਮ ਵੱਡਾ ਕਿਆ ਹੋ ਸਕਦਾ ਹੈ? ਤੇ ਇਹ ਅੱਗੇ ਤਾਂ ਦੂਰ ਦੂਰ ਨਗਾਰੇ ਵੱਜਦੇ ਸੀਗੇ, ਹੁਣ ਤਾਂ ਪੰਜਾਬ ਦੇ ਵਿੱਚ ਵੱਜਣ ਲੱਗ ਪਏ। ਤੁਹਾਡੇ ਸਾਹਮਣੇ ਹੈ, ਪੰਜਾਬ ਵਿੱਚ ਟਾਂਡੇ ਦੇ ਵਿੱਚ 6 ਸਾਲ ਦੀ ਬੱਚੀ ਦੇ ਨਾਲ ਬਲਾਤਕਾਰ ਹੋਇਆ ਹੈ। ਇਹ ਸਾਰਾ ਕੁਝ ਸਰਕਾਰ ਤੇ ਪ੍ਰਸ਼ਾਸਨ ਦੀ ਸ਼ਹਿ ਦੇ ਨਾਲ ਹੋ ਰਿਹਾ ਹੈ। ਜੇ ਸਰਕਾਰ ਤੇ ਪ੍ਰਸ਼ਾਸਨ ਚਾਹੇ ਪੱਤਾ ਨਹੀਂ ਹਿਲ ਸਕਦਾ, ਪੱਤਾ। ਤੇ ਅਸੀਂ ਇਹ ਕਹਿਣਾ ਚਾਹੁੰਦੇ ਹਾਂ, ਇਹ ਬੁਰੀ ਤਰ੍ਹਾਂ ਸੈਂਟਰ ਦੀ ਸਰਕਾਰ ਜਿਹੜੀ ਫੇਲ ਹੋਈ ਹੈ ਤੇ ਲੋਕਾਂ ਦੀ ਜਿਹੜੀਆਂ ਮੰਗਾਂ ਨੂੰ ਮੰਨਣ ਨਹੀਂ ਜਾ ਰਹੀ ਤੇ ਲੋਕ ਲੜ ਰਹੇ ਹੈ ਤੇ ਲੋਕ ਜਿੱਤਣਗੇ ਤੇ ਸਰਕਾਰ ਦੀਆਂ ਜੜ੍ਹਾਂ ਹਿਲਾ ਕੇ ਹਟਣਗੇ। ਮੈਂ ਜਨਰਲ ਸੈਕਟਰੀ ਜਸਵੰਤ ਸਿੰਘ C2 ਆਪਣੇ ਨਵਾਂ ਸ਼ਹਿਰ ਦੇ ਵਿੱਚ ਮੇਰਾ ਜਨਰਲ ਸੈਕਟਰੀ ਦੇ ਤੌਰ ਤੇ ਮੈਂ C2 ਲਈ ਕੰਮ ਕਰਦਾ। ਮੈਂ ਇਹ ਕਹਿਣਾ ਚਾਹੁੰਦਾ ਕਿ ਆਹ ਜਿਹੜੀ ਸਾਡੀ 42 ਬੰਦਿਆਂ ਦੀ ਲੜਾਈ ਆ ਪਿਛਲੇ 1 ਸਾਲ ਤੋਂ ਚੱਲ ਰਹੀ ਆ, ਅਸੀਂ ਇਕੱਲੇ ਇਹਨਾਂ ਵਾਸਤੇ ਸੰਘਰਸ਼ ਨਹੀਂ ਕਰਦੇ, ਇਹਨਾਂ ਦੀ ਤਾਂ ਮੇਨ ਮੰਗ ਹੈ ਹੀ ਹੈ ਆ। ਉਹਦੇ ਨਾਲ ਨਾਲ ਅਸੀਂ ਕਿਸਾਨਾਂ ਵਾਸਤੇ ਵੀ ਥਾਂ ਥਾਂ ਰੋਡਾਂ ਤੇ ਜਾਮ ਲਾ ਕੇ, ਪੁਤਲੇ ਜਾਲ ਕੇ ਮੋਦੀ ਦੀਆਂ ਜਿਹੜੀਆਂ ਪਾਲਿਸੀਆਂ ਉਹਨਾਂ ਦਾ ਵਿਰੋਧ ਕਰਦੇ ਆ। ਕਿਉਂਕਿ ਅੱਜ ਜਿਹੜੀ ਮੋਦੀ ਸਰਕਾਰ ਹੈ ਉਹ ਦਲਿਤ ਵਿਰੋਧੀ ਆ, ਉਹ ਕਿਸਾਨ ਵਿਰੋਧੀ ਆ, ਉਹ ਵਰਕਰ ਵਿਰੋਧੀ ਆ, ਉਹ ਮਜ਼ਦੂਰ ਵਿਰੋਧੀ ਆ। ਆ ਪਿੱਛੇ ਜਦੋਂ ਮਨੀਸ਼ਾ ਕਾਂਡ ਹੋਇਆ ਯੂਪੀ ਦੇ ਵਿੱਚ, ਉਦੋਂ ਵੀ ਅਸੀਂ ਥਾਂ ਥਾਂ ਤੇ ਧਰਨੇ ਲਾ ਕੇ ਇਹ ਇਨਸਾਫ ਦੀ ਮੰਗ ਕੀਤੀ ਆ। ਕਿਉਂਕਿ ਡਾਕਟਰ ਭੀਮ ਰਾਓ ਅੰਬੇਦਕਰ ਦਾ ਬਣਾਇਆ ਜਿਹੜਾ ਸੰਵਿਧਾਨ ਹੈ, ਅੱਜ ਉਹਨੂੰ ਇਹ ਥੱਲੇ ਰੱਖ ਕੇ ਮਨੂਵਾਦੀ ਸਿਮਰਤੀ ਨੂੰ ਲਾਗੂ ਕਰਨਾ ਚਾਹੁੰਦੇ ਆ ਇੱਥੇ। ਕਿਉਂਕਿ ਜਿਹੜੀ BJP ਸਰਕਾਰ ਹੈ, ਇਹ ਜਦੋਂ ਦੇਸ਼ ਆਜ਼ਾਦ ਵੀ ਨਹੀਂ ਸੀ ਹੋਇਆ, ਜਦੋਂ ਲੜਾਈ ਆਜ਼ਾਦੀ ਦੀ ਲੜ ਰਹੇ ਸੀ, ਉਦੋਂ ਇਹ ਅੰਗਰੇਜ਼ਾਂ ਦੇ ਨਾਲ ਸੀ ਤੇ ਹੁਣ ਫੇਰ ਉਹਨਾਂ ਨੇ ਇਹੀ ਪਾੜੋ ਤੇ ਰਾਜ ਕਰੋ ਜਿਹੜੀ ਅੰਗਰੇਜ਼ਾਂ ਵਾਲੀ ਨੀਤੀ ਆ ਉਹ ਅਪਣਾਈ ਹੋਈ ਆ ਤੇ ਤਰ੍ਹਾਂ ਤਰ੍ਹਾਂ ਦੇ ਕਾਲੇ ਕਾਨੂੰਨ ਬਣਾ ਕੇ ਸਾਡੇ ਜਿਹੜਾ ਪਵਿੱਤਰ ਸੰਵਿਧਾਨ ਆ ਉਹਨੂੰ ਪਾਸੇ ਰੱਖ ਕੇ ਇਹ ਜਿਹੜੀ ਮਨੂ ਸਿਮਰਤੀ ਪੈਦਾ ਕਰਨੀ ਚਾਹੁੰਦੇ ਆ, ਇੱਥੇ ਦੇਸ਼ ਦੇ ਵਿੱਚ ਕਾਇਮ ਕਰਨੀ ਚਾਹੁੰਦੇ ਆ। ਅਸੀਂ ਉਹਦੇ ਖਿਲਾਫ ਵੀ ਸੰਘਰਸ਼ ਕਰ ਰਹੇ ਆ ਤੇ ਆਹ ਜਿਹੜਾ ਸੰਘਰਸ਼ ਆ ਇਹ ਉਦੋਂ ਤੱਕ ਜਾਰੀ ਰਹੂਗਾ ਜਦੋਂ ਤੱਕ ਇਹ ਸਾਡੇ 42 ਬੰਦੇ ਜਿਹੜੇ ਆ ਇਹਨਾਂ ਨੂੰ ਵਾਪਸ ਕੰਮ ਤੇ ਨਹੀਂ ਲਿਆ ਜਾਂਦਾ। ਮੈਂ ਇਹੀ ਕਹਿਣਾ ਚਾਹੁੰਦਾ। ਸਾਡਾ ਧੰਨਵਾਦ। ਇਸ ਧਰਨੇ ਬਾਰੇ ਦੇਖੋ ਜੀ, ਤਕਰੀਬਨ 1 ਸਾਲ ਤੋਂ ਇਹ ਆਪਣੀਆਂ ਮੰਗਾਂ ਨੂੰ ਮਨਾਉਣ ਵਾਸਤੇ ਸਾਡੇ ਸਾਥੀ ਸੰਘਰਸ਼ ਤੇ ਬੈਠੇ ਹੈਗੇ ਆ। ਇਹਨਾਂ ਨੂੰ ਗੈਰ ਕਾਨੂੰਨੀ ਢੰਗ ਨਾਲ ਕੰਪਨੀ ਨੇ ਬਾਹਰ ਰੱਖਿਆ ਹੋਇਆ ਹੈ ਤੇ 1 ਸਾਲ ਤੇ ਲਗਾਤਾਰ ਸੰਘਰਸ਼ ਨੂੰ ਦੇਖਦੇ ਹੋਏ ਅਸੀਂ ਪਿੰਡ ਦੇ ਏਰੀਏ ਦੇ ਕੁਝ ਮੋਹਤਬਰ ਵਿਅਕਤੀ ਨਾਲ ਇਕੱਠੇ ਹੋ ਕੇ ਕੰਪਨੀ ਨਾਲ ਗੱਲਬਾਤ ਕਰਨ ਲਈ ਗਏ। 2 ਵਾਰ ਇਹਨਾਂ ਨੂੰ ਟਾਈਮ ਦਿੱਤਾ, ਮਿਲ ਕੇ ਆਏ। 2-2 ਘੰਟੇ ਬਿਠਾਉਣ ਤੋਂ ਬਾਅਦ ਵੀ ਸਾਡੀ ਇਹਨਾਂ ਨੇ MD ਨਾਲ ਮੀਟਿੰਗ ਨਹੀਂ ਕਰਾਈ, ਜਿਹਦਾ ਰਿਜ਼ਲਟ ਇਹ ਨਿਕਲਿਆ ਕਿ ਅਸੀਂ ਹੁਣ ਸਾਰੇ ਇਲਾਕੇ ਨੇ ਫੈਸਲਾ ਕੀਤਾ ਕਿ ਆਪਾਂ ਰਲ ਕੇ ਇਕੱਠੇ ਹੋ ਕੇ ਇਸ ਸੰਘਰਸ਼ ਦੀ ਹਮਾਇਤ ਕਰਾਂਗੇ ਤੇ ਇਹਨਾਂ ਨਾਲ ਡਟ ਕੇ ਖੜਾਂਗੇ। ਸੋ ਬਿਲਕੁਲ ਜੀ, ਸਾਰਿਆਂ ਦਾ ਕਹਿਣਾ ਹੈ, ਮੋਹਤਵਾਰਾਂ ਦਾ, ਪੰਚਾਂ ਸਰਪੰਚਾਂ ਦਾ ਔਰ ਕੰਢੀ ਸੰਘਰਸ਼ ਕਮੇਟੀ ਮਹਾਂ ਸਿੰਘ ਰੋੜੀ ਸਾਰੇ ਇੱਥੇ ਜਗਦੀਸ਼ ਸਿੰਘ ਭੂਰਾ ਦੇ ਨਾਲ, ਬਲਕਿ ਇਕੱਲੇ ਨਹੀਂ ਪੂਰਾ ਇਲਾਕਾ ਜੋ ਉਹਨਾਂ ਦੇ ਨਾਲ ਖੜਾ ਆ। ਉਹਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਇਹ ਮੈਨੇਜਮੈਂਟ ਇਹਨਾਂ ਨੂੰ ਕੁਝ ਦੱਸ ਨਹੀਂ ਦਿੰਦੀ, ਜਿਹੜੇ ਬਿਨਾਂ ਮੰਨ ਲਓ ਕਿ ਗੈਰ ਕਾਨੂੰਨੀ ਤਰੀਕੇ ਦੇ ਨਾਲ ਬਾਹਰ ਕੀਤੇ ਹੋਏ ਨੇ, ਉਹਨਾਂ ਨੂੰ ਅੰਦਰ ਨਹੀਂ ਲੈਂਦੇ ਵਰਕਰਾਂ ਨੂੰ, ਉਦੋਂ ਤੱਕ ਇਹ ਧਰਨਾ ਜਾਰੀ ਰਹੇਗਾ। ਕੈਮਰਾ ਪਰਸਨ ਜੱਸੇ ਦੇ ਨਾਲ ਅਮਰਜੀਤ ਦੀ ਰਿਪੋਰਟ ਬਲਾਚੌਰ ਤੋਂ।